ਹੈਲੋ ਸਟੂਡੈਂਟਸ, ਅੱਜ ਅਸੀਂ ਕਾਰਡਨਸ ਮੈਥਡ ਸਿੱਖਣਾ ਹੈ ਜਿਹੜਾ ਕਿ ਅਸੀਂ ਯੂਜ਼ ਕਰਦੇ ਹਾਂ ਕਿਊਬਿਕ ਨੂੰ ਸੋਲਵ ਕਰਨ ਦੇ ਲਈ। ਕਿਊਬਿਕ ਇਕੁਏਸ਼ਨ ਦੀ ਕੰਡੀਸ਼ਨ ਹੈ ਤਾਂ ਕਾਰਡਨਸ ਮੈਥਡ ਲਗਾ ਸਕਦੇ ਹਾਂ। ਪਹਿਲੀ ਕੰਡੀਸ਼ਨ ਹੈ ਕਿ ਪੋਲੀਨੋਮੀਅਲ ਮੋਨਿਕ ਹੋਣੀ ਚਾਹੀਦੀ ਹੈ, ਮਤਲਬ ਕਿ ਹਾਈਐਸਟ ਡਿਗਰੀ ਕੋਐਫੀਸ਼ੀਐਂਟ 1 ਹੋਣਾ ਚਾਹੀਦਾ। ਦੂਜੀ ਕੰਡੀਸ਼ਨ ਹੈ ਕਿ ਇਹਦੇ ਵਿੱਚ ਸੈਕਿੰਡ ਟਰਮ ਮਿਸਿੰਗ ਹੋਣੀ ਚਾਹੀਦੀ, ਸੈਕਿੰਡ ਟਰਮ ਪ੍ਰੈਜ਼ੈਂਟ ਨਹੀਂ ਹੋਣੀ ਚਾਹੀਦੀ। ਕਿਊਬਿਕ ਹੈ ਤਾਂ ਸੈਕਿੰਡ ਟਰਮ ਹੋਏਗੀ x² ਵਾਲੀ, ਉਹ ਨਹੀਂ ਹੋਣੀ ਚਾਹੀਦੀ। ਫਿਰ ਅਸੀਂ ਇਹ ਮੈਥਡ ਲਗਾ ਸਕਦੇ ਹਾਂ ਡਾਇਰੈਕਟਲੀ। ਅਗਰ ਇਹ ਪ੍ਰੈਜ਼ੈਂਟ ਆ ਤਾਂ ਫਿਰ ਇਹਨਾਂ ਨੂੰ ਪਹਿਲਾਂ ਰਿਮੂਵ ਕਰਨਾ ਪਏਗਾ, ਫਿਰ ਉਸ ਤੋਂ ਬਾਅਦ ਕਾਰਡਨਸ ਮੈਥਡ ਲੱਗੇਗਾ। तो ਕਾਰਡਨਸ ਮੈਥਡ ਕੀ ਹੈ, ਜਿੱਦਾਂ ਕਿ ਆਹ ਇਕੁਏਸ਼ਨ ਦਿੱਤੀ ਹੋਈ ਹੈ ਕਿਊਬਿਕ, ਜਿਹਦੇ ਵਿੱਚ ਕਿ ਸਾਡੀ ਦੋਨੋਂ ਕੰਡੀਸ਼ਨ ਸੈਟਿਸਫਾਈ ਹੋ ਰਹੀਆਂ, ਮੋਨਿਕ ਪੋਲੀਨੋਮੀਅਲ ਆ ਅਤੇ ਸੈਕਿੰਡ ਟਰਮ ਇੱਥੇ ਪ੍ਰੈਜ਼ੈਂਟ ਨਹੀਂ ਹੈਗੀ, ਤਾਂ ਆਪਾਂ ਇੱਥੇ ਸਿੱਧੇ ਕਾਰਡਨਸ ਮੈਥਡ ਲਗਾ ਸਕਦੇ ਹਾਂ। ਮੈਥਡ ਕੀ ਹੈ ਕਿ ਤੁਸੀਂ x ਨੂੰ u+v ਪੁੱਟ ਕਰਨਾ ਆ। ਅਗਰ x u+v ਹੋਏਗਾ ਤਾਂ x³ ਦੀ ਵੈਲਿਊ ਕੀ ਆਏਗੀ, ਇੱਧਰ ਕਿਊਬਿੰਗ ਕਰ ਦੇਣੀ ਆ। ਕਿਊਬਿੰਗ ਕਰਨ ਤੋਂ ਬਾਅਦ ਇਹ ਸਾਡਾ ਕਿਊਬ u+v³ ਦਾ ਫਾਰਮੂਲਾ ਹੋ ਗਿਆ। ਇਹਦੇ ਵਿੱਚ ਜਿਹੜਾ ਇੱਥੇ u+v ਆਇਆ ਉਹਦੀ ਵੈਲਿਊ ਅਸੀਂ ਇੱਥੋਂ x ਜਿਹੜੀ ਆ ਉਹ ਇਹਦੇ 'ਚ ਸਬਸਟੀਟਿਊਟ ਕਰ ਦੇਣੀ ਆ, ਤਾਂ ਆਹ ਬਣ ਗਿਆ ਹੁਣ ਸਾਡੇ ਕੋਲ। ਸਾਰੀਆਂ ਟਰਮ ਨੂੰ ਇੱਕ ਪਾਸੇ ਲੈ ਲਿਆ ਤਾਂ ਇਹ ਵੀ ਇੱਕ ਕਿਊਬਿਕ ਬਣ ਗਈ x ਦੇ ਵਿੱਚ, ਗਿਵਨ ਵੀ ਇੱਕ ਕਿਊਬਿਕ ਸੀ। ਹੁਣ ਅਸੀਂ ਫਸਟ ਔਰ ਸੈਕਿੰਡ ਦੋਨਾਂ ਨੂੰ ਕੰਪੇਅਰ ਕਰਨਾ ਆ, ਕੋਐਫੀਸ਼ੀਐਂਟ ਨੂੰ ਕੰਪੇਅਰ ਕਰਨਾ ਆ। ਜਿੱਦਾਂ ਕਿ ਪਹਿਲਾ ਕੋਐਫੀਸ਼ੀਐਂਟ ਦੋਨਾਂ ਦਾ 1 1 ਹੈ, ਠੀਕ ਹੈ। ਉਸ ਤੋਂ ਬਾਅਦ x ਦਾ ਕੋਐਫੀਸ਼ੀਐਂਟ ਇੱਧਰ ਹੈਗਾ -3uv ਔਰ ਇੱਧਰ ਹੈ -27, ਇਹਨੂੰ ਕੰਪੇਅਰ ਕਰ ਲਿਆ। ਉਸ ਤੋਂ ਬਾਅਦ ਕੌਂਸਟੈਂਟ ਟਰਮ ਜਿਹੜੀ ਕਿ ਉੱਪਰ ਵਾਲੀ ਇਕੁਏਸ਼ਨ 'ਚ 54 ਸੀਗੀ ਔਰ ਸੈਕਿੰਡ ਦੇ ਵਿੱਚ ਸੀਗੀ -u³ -v³, ਇਹ ਆ ਗਿਆ ਸਾਡੇ ਕੋਲ। ਹੁਣ ਉਸ ਤੋਂ ਬਾਅਦ ਸਾਡੇ ਕੋਲ ਇਹਦੇ ਵਿੱਚ u³ ਅਤੇ v³ ਦਾ ਸਮ ਆ ਗਿਆ -54, ਇੱਥੇ u × v ਇਹਦੇ ਵਿੱਚੋਂ ਆ ਗਿਆ 9। ਹੁਣ ਅਸੀਂ ਕੀ ਕਰਨਾ ਆ ਕਿ ਇਹਦੇ ਵਿੱਚ ਕਿਊਬ ਦਾ ਸਮ ਹੈ, ਇਹਨੂੰ ਵੀ ਕਿਊਬਿੰਗ ਕਰ ਲਓ। ਤਾਂ ਇਹਦੇ ਵਿੱਚ ਕਿਊਬਿੰਗ ਕਰਨ 'ਤੇ ਸਾਡੇ ਕੋਲ ਆ ਗਿਆ u³ × v³, ਇੱਥੇ ਕਿਊਬਿੰਗ ਜਦੋਂ ਕਰਨੀ ਆ ਤਾਂ ਇਹ ਬਣ ਗਿਆ 729। ਹੁਣ ਸਾਡੇ ਕੋਲ u ਅਤੇ v, u³ ਅਤੇ v³ ਐਕਚੁਅਲੀ ਇਹ ਦੋ ਇਹੋ ਜਿਹੇ ਨੰਬਰ ਹੈ ਜਿਨ੍ਹਾਂ ਦਾ ਸਮ ਸਾਨੂੰ ਪਤਾ ਹੈ, ਇਹਨਾਂ ਦੀ ਪ੍ਰੋਡਕਟ ਪਤਾ ਹੈ, ਉਹ ਨੰਬਰ ਕੀ ਹੋਣਗੇ ਆਪਾਂ ਫਾਈਂਡ ਆਊਟ ਕਰਨਾ। ਆਈਦਰ ਤੁਸੀਂ ਸਿੱਧਾ ਹੀ ਆਪਣੇ ਮੈਥਡ ਲਗਾ ਸਕਦੇ ਆ ਕਿ ਦੋ ਨੰਬਰ ਇਹੋ ਜਿਹੇ ਜਿਨ੍ਹਾਂ ਦੀ ਪ੍ਰੋਡਕਟ 729 ਹੋਵੇ ਔਰ ਸਮ ਕਰਨ 'ਤੇ ਇੰਨਾ ਬਣਦਾ ਹੋਵੇ। ਅਦਰਵਾਈਜ਼ ਤੁਸੀਂ ਇੱਥੇ ਇੱਕ ਕੁਆਡਰੈਟਿਕ ਵੀ ਬਣਾ ਸਕਦੇ ਆ ਜਿਹਦੇ ਰੂਟ ਹੋਣਗੇ u³ ਅਤੇ v³ ਔਰ ਕੁਆਡਰੈਟਿਕ ਇਨ ਟਰਮਸ ਆਫ t ਲਿਖਿਆ, ਕਿਉਂਕਿ u³ ਅਤੇ v³ ਦਾ ਸਮ ਸਾਨੂੰ ਪਤਾ ਆ, ਪ੍ਰੋਡਕਟ ਪਤਾ ਹੈ, ਤਾਂ ਇਸ ਤਰੀਕੇ ਨਾਲ ਕੁਆਡਰੈਟਿਕ ਫਾਰਮੇਸ਼ਨ ਹੋ ਜਾਣੀ ਹੈ। ਕੁਆਡਰੈਟਿਕ ਬਣ ਗਈ, ਇਹਦੇ ਜਿਹੜੇ ਰੂਟ ਹੋਣਗੇ ਉਹ u⁵ ਦੀ ਵੈਲਿਊ ਹੋਏਗੀ। ਅਤੇ ਹੁਣ ਇਹ ਸਾਡੇ ਕੋਲ ਸਮ ਆਫ ਰੂਟ ਅਤੇ ਪ੍ਰੋਡਕਟ ਆਫ ਰੂਟ ਲਿਖਿਆ ਔਰ ਇਹਦੇ ਵਿੱਚੋਂ ਅਸੀਂ ਇੱਥੇ ਤਾਂ ਫੈਕਟਰਾਈਜੇਸ਼ਨ ਹੋ ਗਈ 27 × 27 729 ਅਤੇ ਸਮ ਹੋ ਗਿਆ 54, ਅਤੇ ਇਹਦੇ ਵਿੱਚੋਂ ਸਾਡੇ ਕੋਲ ਰੂਟ ਆ ਗਏ -27 ਅਤੇ -27, ਅਤੇ ਰੂਟ ਕੀ ਸੀ, u³ ਅਤੇ v³ ਦੀ ਵੈਲਿਊ ਸੀਗੀਆਂ। ਅਤੇ u³ ਵੀ -27 ਆ ਗਿਆ, v³ ਵੀ -27 ਆ ਗਿਆ। ਅਤੇ ਇਹਨੂੰ ਦੋਨੋਂ ਪਾਸੇ ਅਸੀਂ ਇਹਦਾ ਕਿਊਬ ਰੂਟ ਸੋਲਵ ਕਰ ਲੈਣਾ, ਤਾਂ -3 ਸਾਡੇ ਕੋਲ ਵੈਲਿਊ ਆ ਜਾਏਗੀ u ਅਤੇ v ਦੀ। ਅਤੇ ਜਦੋਂ ਸਾਡੇ ਕੋਲ u ਅਤੇ v ਆ ਗਿਆ ਫਿਰ ਸਾਨੂੰ ਪਤਾ ਹੈ ਕਿ x ਕੀ ਸੀ ਜਿਹੜਾ ਆਪਾਂ ਸਟਾਰਟਿੰਗ 'ਚ ਪੁੱਟ ਕੀਤਾ ਸੀ, u ਅਤੇ v ਦਾ ਸਮ ਸੀ। ਤੋ u ਅਤੇ v ਦੀ ਵੈਲਿਊ -3 ਪੁੱਟ ਕਰਕੇ -6 ਆ ਗਿਆ, x ਆ ਗਿਆ। x ਮੀਨਸ ਯੂ ਗੈਟ 1 ਰੂਟ ਆਫ ਦੀ ਕਿਊਬਿਕ ਦਾ ਇੱਕ ਰੂਟ ਆ ਗਿਆ। ਫਿਰ ਸਾਡੇ ਕੋਲ ਕੀ ਹੁੰਦਾ ਕਿ ਉਸ ਰੂਟ ਦੇ ਨਾਲ ਗਿਵਨ ਇਕੁਏਸ਼ਨ ਨੂੰ ਸਿੰਥੈਟਿਕਲੀ ਡਿਵਾਈਡ ਕਰ ਦਿਓ, ਕਿਉਂਕਿ ਸਾਡਾ ਰੂਟ ਸਹੀ ਸੀ ਇਸ ਲਈ ਇੱਥੇ ਰਿਮਾਈਂਡਰ 0 ਆ ਗਿਆ। ਔਰ ਇਹ ਜਿਹੜੇ ਆ ਇਹ ਕੋਐਫੀਸ਼ੀਐਂਟ ਆਫ ਦੀ ਕੋਸ਼ੀਐਂਟ ਪੋਲੀਨੋਮੀਅਲ ਬਣਨੇ ਆ, ਜਾਣੀ ਕਿ ਰਿਮੇਨਿੰਗ ਜਿਹੜੀ ਪੋਲੀਨੋਮੀਅਲ ਬਣੇਗੀ ਉਹ ਆਪਾਂ ਲਿਖ ਲੈਣੀ ਆ ਫਰੋਮ ਦੀਜ਼ ਨੰਬਰਸ। ਉਸ ਪੋਲੀਨੋਮੀਅਲ ਨੂੰ ਜਿਹੜੀ ਕੋਈ ਕੁਆਡਰੈਟਿਕ ਹੋਏਗੀ ਰਿਡਿਊਸਡ ਪੋਲੀਨੋਮੀਅਲ ਦੇ ਰੂਟ ਸੋਲਵ ਕਰ ਲੈਣੇ ਆ, ਅਤੇ ਉਹ ਹੋ ਜਾਣਗੇ ਬਾਕੀ ਦੇ ਦੋ ਰੂਟ। ਤਾਂ ਇਹ ਕਾਰਡਨ ਮੈਥਡ ਦੁਬਾਰਾ ਮੈਂ ਤੁਹਾਨੂੰ ਫਿਰ ਦੱਸਦੀ ਹਾਂ 'ਚ ਕਰਨਾ ਕੀ ਹੈ। ਪਹਿਲੀ ਸ਼ਰਤ ਤਾਂ ਇਹੀ ਹੈ ਕਿ ਸਾਡੇ ਕੋਲ ਇਕੁਏਸ਼ਨ ਮੋਨਿਕ ਹੋਣੀ ਚਾਹੀਦੀ ਹੈ, ਸੈਕਿੰਡ ਟਰਮ ਨਹੀਂ ਹੋਣੀ ਚਾਹੀਦੀ। ਫਿਰ ਤੁਸੀਂ x ਨੂੰ u+v ਲੈ ਲੈਣਾ, ਕਿਊਬਿੰਗ ਕਰ ਲੈਣੀ, ਕਿਊਬਿੰਗ ਕਰਕੇ ਸਾਰੀਆਂ ਟਰਮ ਇੱਕ ਪਾਸੇ ਰੱਖੀਆਂ ਔਰ ਇਹਨੂੰ ਗਿਵਨ ਇਕੁਏਸ਼ਨ ਨਾਲ ਕੰਪੇਅਰ ਕਰ ਲਿਆ। ਉਹਦੇ ਵਿੱਚੋਂ ਤੁਹਾਡੇ ਕੋਲ u³ + v³ ਦਾ ਸਮ ਅਤੇ u³ × v³ ਇਹ ਜਿਹੜੀ ਪ੍ਰੋਡਕਟ ਆ ਇਹ ਪਤਾ ਚੱਲ ਜਾਏਗੀ। ਇਹਨਾਂ ਦੋਨੋਂ ਰਿਲੇਸ਼ਨ ਦੇ ਵਿੱਚੋਂ ਤੁਸੀਂ u³ ਅਤੇ v³ ਫਾਈਂਡ ਆਊਟ ਕਰਨਾ ਹੁੰਦਾ ਆ। ਸਿੱਧਾ ਵੀ ਆ ਸਕਦਾ ਤੁਸੀਂ ਫੈਕਟਰ ਕਰਕੇ, ਨਹੀਂ ਤਾਂ ਇਕੁਏਸ਼ਨ ਜਿੱਦਾਂ ਇਹਦੇ 'ਚ ਬਣਾਈ ਹੈ ਕੁਆਡਰੈਟਿਕ ਉਹ ਬਣਾਓ, ਉਹਦੇ ਰੂਟ ਸੋਲਵ ਕਰੋ ਅਤੇ ਰੂਟ ਨੂੰ ਇੱਕ ਨੂੰ u ਅਤੇ ਦੂਸਰੇ ਨੂੰ v ਨਾਮ ਦੇ ਦੇਣਾ।
ਤੇ ਉਹਨਾਂ ਦਾ ਸਮ ਕਰਕੇ x ਆ ਜਾਏਗਾ। x ਮਿਲ ਗਿਆ ਮੀਨਸ ਯੂ ਗੈਟ 1 ਰੂਟ, ਔਰ ਜੇ ਤੁਹਾਡੇ ਕੋਲ ਇੱਕ ਰੂਟ ਆ ਗਿਆ ਤੇ ਬਾਕੀ ਦੇ ਰੂਟ ਤੁਸੀਂ ਸਿੰਥੈਟਿਕ ਡਿਵੀਜ਼ਨ ਨਾਲ ਕਰ ਸਕਦੇ ਆ। ਤੋ ਇਹਦੇ ਵਿੱਚ ਹੁਣ ਦਿੱਕਤ ਕਿੱਥੇ ਆਉਂਦੀ ਹੈ, ਜਦੋਂ ਸਾਡੇ ਕੋਲ ਇਕੁਏਸ਼ਨ ਜਿਹੜੀ ਹੈ ਉਹ ਮੋਨਿਕ ਨਾ ਹੋਵੇ ਜਾਂ ਉਹਦੇ 'ਚ ਸੈਕਿੰਡ ਟਰਮ ਪ੍ਰੈਜ਼ੈਂਟ ਹੋਵੇ, ਫਿਰ ਅਸੀਂ ਕੀ ਕਰਨਾ। ਤੋ ਉਹਦੇ ਲਈ ਪਹਿਲਾਂ ਆਪਾਂ ਕਰਦੇ ਹਾਂ, ਅਗਰ ਸੈਕਿੰਡ ਟਰਮ ਮਿਸਿੰਗ ਨਾ ਹੋਵੇ, ਫਿਰ ਅਸੀਂ ਸੈਕਿੰਡ ਟਰਮ ਨੂੰ ਮਿਸ ਕਰਾਉਣ ਦਾ ਮੈਥਡ ਆਲਰੇਡੀ ਕਰ ਚੁੱਕੇ ਹਾਂ ਟਰਾਂਸਫੋਰਮੇਸ਼ਨ ਆਫ ਇਕੁਏਸ਼ਨ ਦੇ ਵਿੱਚ, ਕਿ ਅਸੀਂ ਉਦੋਂ ਇਕੁਏਸ਼ਨ ਨੂੰ ਡਿਕਰੀਜ਼ਿੰਗ ਦੀ ਰੂਟ ਵਾਲੇ ਮੈਥਡ ਨਾਲ ਕਰਨਾ ਹੁੰਦਾ ਆ, ਡਿਮਿਨਿਸ਼ਿੰਗ ਦੀ ਰੂਟ ਬਾਈ h, ਜਿੱਥੇ h ਕੀ ਹੋਏਗਾ, ਸਮ ਆਫ ਰੂਟ ਡਿਵਾਈਡਡ ਬਾਈ ਨੰਬਰ ਆਫ ਰੂਟਸ। h ਦੀ ਇਹ ਵੈਲਿਊ ਲੈ ਕੇ ਡਿਮਿਨਿਸ਼ ਦੀ ਰੂਟ ਵਾਲਾ ਕਨਸੈਪਟ ਲਗਾਉਣਾ, ਉਹਦੇ ਨਾਲ ਕੀ ਹੋਏਗਾ, ਸੈਕਿੰਡ ਟਰਮ ਐਲੀਮੀਨੇਟ ਹੋ ਜਾਏਗੀ। ਉਸ ਤੋਂ ਬਾਅਦ ਤੁਸੀਂ ਕਾਰਡਨ ਮੈਥਡ ਡਾਇਰੈਕਟਲੀ ਲਗਾ ਸਕਦੇ ਆ। ਦੂਜੀ ਕੰਡੀਸ਼ਨ ਕੀ ਹੋ ਸਕਦੀ ਹੈ ਕਿ ਅਗਰ ਤੁਹਾਡੀ ਪੋਲੀਨੋਮੀਅਲ ਮੋਨਿਕ ਨਾ ਹੋਵੇ, ਯਾਨੀ ਕਿ ਲੀਡਿੰਗ ਕੋਐਫੀਸ਼ੀਐਂਟ 1 ਨਾ ਹੋਵੇ, ਲਾਈਕ ਇਨ ਦਿਸ ਕੇਸ ਇਹਦਾ ਐਗਜ਼ਾਮਪਲ ਹੈ, ਇਹਦੇ 'ਚ ਇੱਥੇ 2 ਆ ਗਿਆ, ਤਾਂ ਆਪਾਂ ਇਹਨੂੰ ਮੋਨਿਕ ਬਣਾਉਣ ਲਈ ਕੀ ਕਰਾਂਗੇ, 2 ਨਾਲ ਡਿਵਾਈਡ ਕਰ ਦਾਂਗੇ। ਡਿਵਾਈਡ ਕੀਤਾ ਤਾਂ ਸਾਡੇ ਕੋਲ ਜਿਹੜੀ ਇਕੁਏਸ਼ਨ ਆ ਉਹਦੇ ਵਿੱਚ ਫ੍ਰੈਕਸ਼ਨਲ ਕੋਐਫੀਸ਼ੀਐਂਟ ਆ ਗਏ, ਤੇ ਫ੍ਰੈਕਸ਼ਨਲ ਕੋਐਫੀਸ਼ੀਐਂਟ ਨੂੰ ਰਿਮੂਵ ਕਰਨ ਦੇ ਲਈ ਅਸੀਂ ਕੀ ਕਰਦੇ ਆ, ਅਗੇਨ ਟਰਾਂਸਫੋਰਮੇਸ਼ਨ ਆਫ ਇਕੁਏਸ਼ਨ ਦਾ ਕੰਸੈਪਟ ਲਗਾਉਂਦੇ ਆ, ਜਿਹਨੂੰ ਆਪਾਂ ਕਹਿੰਦੇ ਮਲਟੀਪਲਾਇਰ ਮੈਥਡ। ਮੀਨਸ ਅਸੀਂ ਉਸ ਨੰਬਰ ਨਾਲ ਮਲਟੀਪਲਾਈ ਕਰਨਾ ਆ, ਇਨਕਰੀਜ਼ਿੰਗ ਪਾਵਰ ਆਫ ਦੈਟ ਨੰਬਰ, ਜਿਹਦੇ ਨਾਲ ਕਿ ਡਿਨੋਮੀਨੇਟਰ ਜਿਹੜਾ 1 ਬਣ ਜਾਵੇ। ਤਾਂ ਇੱਥੇ 2 ਸੀਗਾ ਨੀਚੇ, ਤਾਂ ਆਪਾਂ 2 ਦੀਆਂ ਪਾਵਰਸ ਨਾਲ ਇਹਨੂੰ ਮਲਟੀਪਲਾਈ ਕਰ ਦੇਣਾ, ਤਾਂ ਇਹ ਜਿਹੜੀ ਇਕੁਏਸ਼ਨ ਨਵੀਂ ਆਏਗੀ ਇਹ ਮੋਨਿਕ ਬਣ ਜਾਏਗੀ, ਔਰ ਜਿਹਦੇ 'ਤੇ ਆਪਾਂ ਕਾਰਡਨ ਮੈਥਡ ਲਗਾ ਸਕਦੇ ਹਾਂ ਅਗੇਨ। ਤੋ ਇਹ ਸੀ ਕਾਰਡਨ ਮੈਥਡ, ਜਿਹਦੇ ਆਪਾਂ 3 ਟਾਈਪ ਵੀ ਕਰ ਲਿਆ ਕਿ ਅਗਰ ਮੋਨਿਕ ਪੋਲੀਨੋਮੀਅਲ ਨਹੀਂ ਹੈ ਤਾਂ ਕੀ ਕਰਨਾ, ਔਰ ਅਗਰ ਸੈਕਿੰਡ ਟਰਮ ਪ੍ਰੈਜ਼ੈਂਟ ਹੈ ਫਿਰ ਕਿਸ ਤਰੀਕੇ ਨਾਲ ਬਣਾਓਗੇ। ਤਾਂ ਹੁਣ ਇੱਥੇ ਪ੍ਰੋਬਲਮ ਕੀ ਆਉਂਦੀ ਹੈ, ਇੱਕ ਹੋਰ ਪ੍ਰੋਬਲਮ ਇਹ ਆ ਸਕਦੀ ਹੈ ਕਿ ਜਿੱਦਾਂ ਅਸੀਂ ਪਿਛਲਾ ਕੁਐਸਚਨ ਕੀਤਾ ਉਹਦੇ ਵਿੱਚ u ਅਤੇ v ਦੀ ਵੈਲਿਊ ਰੀਅਲ ਨੰਬਰ ਆ ਗਏ ਸੀਗੇ, ਜਾਂ ਕਹਿ ਲਓ ਕਿ ਰੈਸ਼ਨਲ ਨੰਬਰ ਆ ਗਏ ਸੀਗੇ, ਡਾਇਰੈਕਟਲੀ ਉਹਦਾ ਕਿਊਬ ਸੋਲਵ ਹੋ ਗਿਆ। ਅਗਰ ਸਾਡੇ ਕੋਲ u ਕਿਊਬ ਅਤੇ v ਕਿਊਬ ਦੀ ਵੈਲਿਊ ਇਸ ਤਰੀਕੇ ਨਾਲ ਆਉਂਦੀ ਹੈ, ਮੀਨਸ ਮੈਂ ਇੱਥੇ ਅਲਫਾ ਬੀਟਾ ਲਿਆ ਕਿ ਕੋਈ ਵੀ ਰੈਂਡਮ ਨੰਬਰ ਆ ਗਈ ਜਿਹਦਾ ਕਿ ਤੁਸੀਂ ਕਿਊਬ ਰੂਟ ਨਹੀਂ ਕੱਢ ਸਕਦੇ, ਫਿਰ ਕੀ ਕਰਨਾ ਹੈ, ਉਹਦੀ ਪਾਵਰ, ਜਿੱਦਾਂ ਇੱਥੇ u ਦੀ ਵੈਲਿਊ ਕੀ ਹੈ, ਅਲਫਾ ਦਾ ਕਿਊਬ ਰੂਟ, ਯਾਨੀ ਕਿ 1/3 ਪਾਵਰ ਅਲਫਾ ਦੀ ਅਤੇ ਬੀਟਾ ਦੀ 1/3 ਲਗਾ ਕੇ u ਵੀ ਲਿਖ ਲਿਆ ਆਪਾਂ, ਔਰ x ਦੀ ਵੈਲਿਊ ਕੀ ਆ, ਸਮ ਆਫ u ਐਂਡ v, u ਪਲੱਸ v, ਜੋ ਵੀ ਸੀ ਸਮ ਆਪਾਂ ਲਿਖ ਲਿਆ। ਹੁਣ ਕਿਉਂਕਿ ਸਾਡਾ ਇਹ ਨੰਬਰ ਪ੍ਰੋਪਰ ਨਹੀਂ ਹੈ, ਇਰੈਸ਼ਨਲ ਆ, ਇਹਦਾ ਕਿਊਬ ਰੂਟ ਨਹੀਂ ਸੋਲਵ ਹੋ ਰਿਹਾ, ਫਿਰ ਅਸੀਂ ਇੱਥੇ ਸਿੰਥੈਟਿਕ ਡਿਵੀਜ਼ਨ ਨਾਲ ਬਾਕੀ ਦੇ ਰੂਟ ਫਾਈਂਡ ਆਊਟ ਨਹੀਂ ਕਰਨੇ। ਉਦੋਂ ਇਨ ਦੈਟ ਕੇਸ ਆਪਾਂ ਇਹਦੇ ਡਾਇਰੈਕਟਲੀ ਰੂਟ ਆਹ ਵਾਲੇ ਲਿਖਣੇ ਆ, ਤਾਂ ਉਸ ਤੋਂ ਬਾਅਦ ਆ ਤੁਹਾਡਾ ਕੁਐਸਚਨ ਇੱਥੇ ਹੀ ਖਤਮ ਹੋ ਜਾਣਾ। ਅਗਰ ਤੁਹਾਡੇ ਕੋਲ ਇੱਥੇ ਰੂਟ ਇਰੈਸ਼ਨਲ ਆ ਜਾਂਦੇ ਆ ਤਾਂ ਉਹਦੇ 'ਚ ਤੁਸੀਂ ਸਿੱਧਾ ਹੀ ਆਨਸਰ ਹੀ ਲਿਖਣਾ ਕਿ x ਦੀ ਵੈਲਿਊ ਹੋ ਗਈ ਆਹ ਵਾਲੀ, ਸਮ ਆਫ ਥੀਸ 2 ਵੈਲਿਊਜ਼। ਉਸ ਤੋਂ ਬਾਅਦ ਫਿਰ ਅਗਲੀ ਵੈਲਿਊ ਦੇ ਲਈ ਕੀ ਕਰਨਾ ਹੈ ਕਿ ਜਿੱਦਾਂ ਇੱਕ ਜਿਹੜੀ ਵੈਲਿਊ ਸੀ ਅਲਫਾ ਦੀ ਪਾਵਰ 1/3, ਉਹਦੇ ਨਾਲ ਓਮੇਗਾ, ਦੂਸਰੀ ਵੈਲਿਊ ਦੇ ਨਾਲ ਓਮੇਗਾ ਸਕੁਏਅਰ, ਫਿਰ ਤੀਸਰਾ ਰੂਟ ਕੀ ਆਏਗਾ, ਅਲਫਾ ਦੀ ਪਾਵਰ 1/3 ਨਾਲ ਓਮੇਗਾ ਸਕੁਏਅਰ, ਔਰ ਬੀਟਾ ਦੀ ਪਾਵਰ 1/3 ਨਾਲ ਓਮੇਗਾ, ਮਤਲਬ ਇੱਕ ਦੇ ਨਾਲ ਓਮੇਗਾ, ਦੂਜੇ ਨਾਲ ਓਮੇਗਾ ਸਕੁਏਅਰ, ਫਿਰ ਇਹਦੇ ਨਾਲ ਓਮੇਗਾ ਸਕੁਏਅਰ ਅਤੇ ਓਮੇਗਾ, ਇਹ ਸਮ ਵਿੱਚ ਪਲੱਸ ਦਾ ਸਾਈਨ ਲਗਾਉਣਾ ਹੈ। ਤਾਂ ਇਹ 3 ਰੂਟ ਜਿਹੜੇ ਆ ਉਹ ਸਾਡੀ ਗਿਵਨ ਇਕੁਏਸ਼ਨ ਦੇ ਰੂਟ ਇਸ ਤਰੀਕੇ ਨਾਲ ਆ ਜਾਣਗੇ। ਅਗਰ ਇਰੈਸ਼ਨਲ ਰੂਟ ਹੈ, ਮਤਲਬ ਕਿ ਅਗਰ ਕਿਊਬ ਰੂਟ ਨਹੀਂ ਸੋਲਵ ਹੋ ਰਿਹਾ, ਫਿਰ ਆਪਾਂ ਇਸ ਤਰੀਕੇ ਨਾਲ ਕਰਾਂਗੇ।